हेलो स्टूडेंट्स, ਅੱਜ ਆਪਾਂ ਜਿਹੜਾ ਟੌਪਿਕ ਕਰਾਂਗੇ ਉਹ ਹੈਗਾ ਕੰਪਿਊਟਰ ਆਰਕੀਟੈਕਚਰ। ਇਹ ਕੰਪਿਊਟਰ ਬੇਸਿਕਸ ਦਾ ਹੀ ਪਾਰਟ ਹੈਗਾ। ਅਨਦਰ ਇੰਪੋਰਟੈਂਟ ਟੌਪਿਕ ਕੰਸੀਡਰਿੰਗ ਆਲ ਦ ਐਗਜ਼ਾਮਸ। ਇਸ ਕੱਲੇ ਟੌਪਿਕ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨਸ ਜ਼ਰੂਰ ਐਗਜ਼ਾਮੀਨਰ ਪਾ ਦਿੰਦਾ ਹੈਗਾ, ਕਿਉਂਕਿ ਆਲ ਟੂਗੇਦਰ ਬਹੁਤ ਇੰਪੋਰਟੈਂਟ ਟੌਪਿਕ ਹੈਗਾ। ਸੋ ਆਰਕੀਟੈਕਚਰ ਦੇ ਵਿੱਚ ਆਪਾਂ ਪੜ੍ਹਦੇ ਹੈਗੇ ਆ ਬੇਸਿਕਲੀ ਇਹ ਹਾਰਡਵੇਅਰ ਨਾਲ ज़्यादा डील करता हैगा। सॉफ्टवेयर हार्डवेयर ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈਗਾ, ਸੌਫਟਵੇਅਰ ਕਿੰਨੀ ਟਾਈਪ ਦਾ ਹੁੰਦਾ ਹੈਗਾ, ਇਹ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਤੇ ਉਹ ਵੀਡੀਓ ਜ਼ਰੂਰ ਦੇਖਿਓ। ਉਹਦੇ ਵਿੱਚ ਕੰਪਲੀਟ ਤੁਹਾਨੂੰ ਡਿਫਰੈਂਸਸ ਪਤਾ ਲੱਗ ਜਾਣਗੇ ਹਾਰਡਵੇਅਰ ਸੌਫਟਵੇਅਰ ਦੇ ਵਿੱਚ ਕੀ ਹੁੰਦੇ ਨੇ। ਨਾਓ ਕਮਿੰਗ ਟੂ ਦ ਪੁਆਇੰਟ, ਕੰਪਿਊਟਰ ਆਰਕੀਟੈਕਚਰ ਤਿੰਨ ਯੂਨਿਟਸ ਦਾ ਬਣਿਆ ਹੋਇਆ ਹੈ। ਇਨਪੁਟ ਯੂਨਿਟ, ਆਊਟਪੁੱਟ ਯੂਨਿਟ ਤੇ ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਆਪਾਂ CPU ਕਹਿੰਦੇ ਹੈਗੇ ਆ, ब्रेन ऑफ कंप्यूटर कहने है। तुम देख सकते हो सब तो वड्डी वही यूनिट है। आसे पासे वाली यूनिट्स बहुत छोटिया छोटिया ने। ये देख सकते हो कि अपने कोल CPU के अंदर का पार्ट है तो CPU के नाल एक लिंक्ड छोटा जा पार्ट थले दिखाया हुआ है मैमरी यूनिट का। ये भी कंप्यूटर आर्कीटैक्चर का ही पार्ट है मैमरी यूनिट। ਇਹਦਾ कुछ हिस्सा CPU के अंदर होंदा है ते कुछ हिस्सा CPU तो बाहर ਹੁੰਦਾ ਹੈਗਾ। ਅਕੋਰਡਿੰਗਲੀ ਆਪਾਂ ਡਾਇਗਰਾਮ ਦੇ ਵਿੱਚ ਉਹਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈਗਾ। CPU ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੰਟਰੋਲ ਯੂਨਿਟ ਹੈਗੀ ਹੈ, ਅਰਿਥਮੈਟਿਕ ਐਂਡ ਲੌਜੀਕਲ ਯੂਨਿਟ ਹੈਗੀ ਹੈ ਤੇ ਉਸ ਤੋਂ ਬਾਅਦ ਦੋ ਔਰੇਂਜ ਕਲਰ ਦੇ ਬਣਾਏ ਹੋਏ ਹਨ ਕਿਉਂਕਿ ਇਹ ਦੋਨੋਂ ਮੈਮਰੀ ਯੂਨਿਟ ਦਾ ਪਾਰਟ ਨੇ। ਇਹ CPU ਦੇ ਅੰਦਰ ਹੁੰਦੇ ਨੇ ਤੇ ਬਾਕੀ ਦਾ ਜਿਹੜਾ ਮੈਮਰੀ ਯੂਨਿਟ ਦਾ ਪਾਰਟ ਹੈ ਉਹ CPU ਦੇ ਬਾਹਰ ਹੁੰਦਾ ਹੈਗਾ। ਦੈਨ ਇਨਪੁਟ ਡਿਵਾਈਸਿਸ, ਇਨਪੁਟ ਯੂਨਿਟ ਦਾ ਜਿਹੜਾ ਪਾਰਟ ਹੁੰਦੇ ਨੇ ਉਹ ਡਿਵਾਈਸਿਸ ਜਿਨ੍ਹਾਂ ਤੋਂ ਆਪਾਂ ਕੰਪਿਊਟਰ ਨੂੰ ਇਨਪੁਟ ਪ੍ਰੋਵਾਈਡ ਕਰਦੇ ਹੈਗੇ ਆ। ਸੋ ਜਿੰਨੇ ਵੀ ਉਹਦੇ ਡਿਵਾਈਸਿਸ ਬਣੇ ਹੋਏ ਆ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਪਿਊਟਰ ਨੂੰ ਇਨਪੁਟ ਪ੍ਰੋਵਾਈਡ ਕਰਦੇ ਨੇ। ਮਾਊਸ, ਕੀਬੋਰਡ ਆਪਾਂ ਬਹੁਤ ਨਾਰਮਲੀ ਯੂਜ਼ ਕਰਦੇ ਆ, ਬਟ ਕੁਝ ਡਿਵਾਈਸਿਸ ਨੇ ਜਿਵੇਂ ਬਾਰਕੋਡ ਸਕੈਨਰ, ਆਪਾਂ ਨੇ ਮਾਲਸ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਕੋਈ ਚੀਜ਼ ਪਰਚੇਸ ਕਰਦੇ ਆ ਤਾਂ ਉਹਦੇ ਤੇ ਜਸਟ ਸਕੈਨ ਕਰਦੇ ਨੇ ਤੇ ਉਹਦੇ ਸਾਰੀ ਜੋ ਵੀ ਉਹਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਸਿਸਟਮ ਕੋਲ ਪਹੁੰਚ ਜਾਂਦੀ ਹੈ। ਉਹ ਬਾਰਕੋਡ ਰੀਡਰ ਦੇ थ्रू पहुंचती है। देन स्कैनर, आपका कुछ स्कैन करना है, फोटो स्कैन करनी है, डॉक्यूमेंट स्कैन करने ने, सो ये इनपुट डिवाइस। सो ये सारे अपने इनपुट डिवाइस ने जेडे इनपुट प्रोवाइड करते हैं कंप्यूटर में। ये हैगे अपने आउटपुट डिवाइसेस जेडे की आउटपुट प्रोवाइड करते हैं। इनपुट गई विच प्रोसैस हुई ते आउटपुट बन के बाहर आई। मॉनीटर सब तो कॉमन आउटपुट डिवाइस ਹੁੰਦਾ ਹੈਗਾ ਜਿਹੜਾ ਆਲਮੋਸਟ ਹਰ ਕੰਪਿਊਟਰ, ਹਰ ਡੈਸਕਟਾਪ, ਹਰ ਲੈਪਟਾਪ ਦੇ ਨਾਲ ਲੱਗਿਆ ਹੀ ਹੁੰਦਾ ਹੈਗਾ। ਇਸ ਤੇ ਆਪਾਂ ਨੂੰ ਡਾਇਰੈਕਟਲੀ ਆਉਟਪੁੱਟ ਦਿਖਦੀ ਹੈ। ਪ੍ਰਿੰਟਰ ਦੇ ਥਰੂ ਆਪਾਂ ਪ੍ਰਿੰਟਡ ਫਾਰਮ ਦੇ ਵਿੱਚ ਆਉਟਪੁੱਟ ਲੈਣੇ ਹੈਗੇ ਆ, ਪ੍ਰੋਜੈਕਟਰ ਦੇ ਥਰੂ ਪ੍ਰੋਜੈਕਟ ਕਰਕੇ ਲੈਣੇ ਹੈਗੇ ਆ। ਸੋ ਇਹ ਆਪਣੇ ਆਉਟਪੁੱਟ ਡਿਵਾਈਸਿਸ। ਆਪਾਂ ਨੇ ਪੇਪਰ ਦੇ ਵਿੱਚ ਆਈਡੀਆ ਇੱਥੋਂ ਹੀ ਲਗਾਉਣਾ ਹੁੰਦਾ ਹੈਗਾ ਕਿ ਜਿਹੜਾ ਵੀ ਡਿਵਾਈਸ ਦਿੱਤਾ ਹੋਇਆ ਉਹ ਕੰਮ ਕੀ ਕਰਦਾ ਹੈ, क्या वो अपन आउटपुट देता है या अपने तो इनपुट लेता है। तो वो अकॉर्डिंगली अपने इनपुट के आउटपुट को डिफाइन करना है। बट मोस्ट इंपॉर्टेंट जोड़ा हैगा वो हैगा अपना प्रोसैसिंग वाला पार्ट, दैट इज CPU, सेंट्रल प्रोसैसिंग यूनिट। इनू अज भी ब्रेन ऑफ कंप्यूटर कहा जाता है। कई बार पेपर के क्वेश्चन आ जाता है कि ब्रेन ऑफ कंप्यूटर इज, तो उत्थे आंसर आप लाना है CPU, क्योंकि यही है जो सारे कंप्यूटर का काम संभालता है। ਇਹਦੇ ਪਾਰਟਸ, ਕੰਟਰੋਲ ਯੂਨਿਟ, ALU ਆਪਾਂ ਪਿਛਲੀ ਸਲਾਈਡ ਦੇ ਵਿੱਚ ਦੇਖੇ ਸੀਗੇ। ਮੈਮਰੀ ਯੂਨਿਟ ਇਹਦਾ ਹੀ ਹਿੱਸਾ ਹੁੰਦਾ ਹੈਗਾ ਕਿਉਂਕਿ ਕੁਝ ਹਿੱਸਾ CPU ਦੇ ਅੰਦਰ ਹੁੰਦਾ ਹੈ, ਕੁਝ ਹਿੱਸਾ CPU ਦੇ ਬਾਹਰ ਹੁੰਦਾ ਹੈਗਾ। ਦੈਨ ਰਜਿਸਟਰਸ, ਕੈਸ਼, ਕਲੌਕ, ਬਸਸ। ਕੰਟਰੋਲ ਯੂਨਿਟ, ਕੰਟਰੋਲ ਯੂਨਿਟ ਦਾ ਕੀ ਕੰਮ ਹੁੰਦਾ ਹੈ ਜੀ? ਕੰਟਰੋਲ ਯੂਨਿਟ ਦਾ ਕੰਮ ਹੁੰਦਾ ਹੈਗਾ ਸਾਰੇ ਸਿਸਟਮ ਨੂੰ ਕੰਟਰੋਲ ਕਰਨਾ। ਉਹਦਾ ਨਾਮ ਹੀ ਕੰਟਰੋਲ ਯੂਨਿਟ ਹੈਗਾ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੱਸਦਾ ਹੈਗਾ कि सपोज करो तुसी एक प्रिंट की कमांड दी, प्रिंट की कमांड दी तो कंट्रोल यूनिट एक्टिवेट होएगी, वो सिग्नल्स भेजेगी, देखेगी कि प्रिंटर कित्थे लग्या होया ते केड़ा प्रिंटर लग्या होया। हुण उहनूं प्रिंटर नहीं मिलिया ते उहने नाल दी नाल तुहानूं मैसेज पॉपअप करवाना है भी प्रिंटर दा है नहीं, प्रिंटर ऐड करो, नो प्रिंटर फाउंड, या जो भी उहने मैसेज दिखाना है तुहानूं वो दिखाएगी। तो इस तरह के जिहड़े कंट्रोल ऑपरेशंस हुंदे ने वो कंट्रोल यूनिट परफॉर्म करदी है बाय सेंडिंग सिग्नल्स। अरिथमेटिक एंड लॉजिक यूनिट, नाम तो ही क्लियर है, अरिथमेटिक फंक्शंस, लॉजिकल फंक्शंस परफॉर्म करती है यूनिट। मेमोरी यूनिट, मेमोरी के नाल रिलेटेड, मेमोरी का मतलब स्टोरेज।
ਆਪਾਂ ਨੇ ਜੋ ਵੀ ਕੰਪਿਊਟਰ ਦੇ ਵਿੱਚ ਜੋ ਵੀ ਆਪਣੇ ਮੋਬਾਈਲ ਦੇ ਵਿੱਚ ਸਟੋਰ ਕਰਨਾ ਹੈਗਾ ਉਹ ਮੈਮਰੀ ਯੂਨਿਟ ਉਹਨੂੰ ਸੰਭਾਲਦੀ ਹੈ, ਮੈਮਰੀ ਯੂਨਿਟ ਉਹਨੂੰ ਮੈਨੇਜ ਵੀ ਕਰਦੀ ਹੈਗੀ ਹੈ। ਮੈਮਰੀ ਯੂਨਿਟ ਦੇ ਵਿੱਚ ਮੈਮਰੀ ਡਿਵਾਈਸਿਸ ਲੱਗੇ ਹੁੰਦੇ ਨੇ ਜਿਹੜੇ ਕਿ ਉਹ ਚੀਜ਼ ਨੂੰ ਸਟੋਰ ਕਰਦੇ ਨੇ। ਰਜਿਸਟਰਸ, ਕੈਸ਼, ਕਲੌਕ, ਬਸਿਸ ਇਹ ਆਪਣੇ CPU ਦਾ ਹਿੱਸਾ ਹੁੰਦੇ ਨੇ, ਪ੍ਰੋਸੈਸਰ ਦਾ ਹਿੱਸਾ ਹੁੰਦੇ ਨੇ। ਕਲੌਕ ਕੀ ਕੰਮ ਕਰਦੀ ਹੈਗੀ ਹੈ ਜੀ? ਕਲੌਕ ਹੁਣ ਇਹਦੇ ਵਿੱਚ ਕੋਈ ਆਪਣੀ ਜਿਹੜੀਆਂ ਨਾਰਮਲ ਕਲੌਕਸ ਹੁੰਦੀਆਂ ਨੇ ਉਹ ਕਲੌਕ ਨਹੀਂ ਹੁੰਦੀ, ਇਹ ਸਪੀਡ ਮੈਜਰ ਕਰਨ ਦੇ ਲਈ ਹੁੰਦੀ ਹੈਗੀ ਹੈ। ਕੰਪਿਊਟਰ ਦੀ ਜਿਹੜੀ ਸਪੀਡ ਹੈਗੀ ਹੈ ਉਹ ਮੈਜਰ ਕੀਤੀ ਜਾਂਦੀ ਹੈਗੀ ਹੈ। ਜੇ ਤੁਸੀਂ ਇੱਥੇ ਦੇਖੋ ਸਭ ਦੇ ਥੋੜੇ ਥੋੜੇ ਫੰਕਸ਼ਨਸ ਵੀ ਲਿਖੇ ਹੋਏ ਹੈਗੇ ਟੂ ਕੋਆਰਡੀਨੇਟ ਆਲ ਆਫ ਦੀ ਕੰਪਿਊਟਰਸ ਕੰਪੋਨੈਂਟਸ ਕਲੌਕ ਸਪੀਡ ਮੈਜਰ। ਹੁਣ ਇੱਥੇ ਜਿਹੜਾ ਹੈਗਾ ਇੱਕ ਯੂਨਿਟ ਲਿਖੀ ਹੋਈ ਹੈ ਹਰਟਜ਼। ਸੋ ਹਰਟਜ਼ ਜਿਹੜੀ ਹੈਗੀ ਹੈ ਉਹ ਕਲੌਕ ਸਪੀਡ ਮੈਜਰ ਕਰਨ ਦੀ ਯੂਨਿਟ ਹੈਗੀ ਹੈ। ਤੁਸੀਂ ਕਦੇ ਆਪਣੇ ਕੰਪਿਊਟਰ ਦੇ ਵਿੱਚ ਮਾਈ ਕੰਪਿਊਟਰ ਤੇ ਜਾ ਕੇ ਰਾਈਟ ਕਲਿੱਕ ਅਗਰ ਕਰੋ ਤਾਂ ਰਾਈਟ ਕਲਿੱਕ ਕਰਕੇ ਉੱਥੇ ਜਿਹੜਾ ਹੈਗਾ ਤੁਸੀਂ ਦੇਖੋ ਤਾਂ ਉੱਥੇ ਡਿਟੇਲਸ ਆ ਜਾਂਦੀਆਂ ਨੇ, ਉੱਥੇ ਸਪੀਡ ਦਿੱਤੀ ਹੁੰਦੀ ਹੈ ਪ੍ਰੋਸੈਸਰ ਦੀ 2.4 ਗੀਗਾਹਰਟਜ਼, ਮੈਗਾਹਰਟਜ਼। ਸੋ ਇੰਨੀ ਜਿਹੜੀ ਹੈਗੀ ਹੈ ਉਹਦੀ ਸਪੀਡ ਹੈਗੀ ਹੈ ਇਨਸਟਰਕਸ਼ਨਸ ਨੂੰ ਪ੍ਰੋਸੈਸ ਕਰਨ ਦੀ। ਬਸ ਕਿਹਨੂੰ ਕਿਹਾ ਜਾਂਦਾ ਹੈਗਾ ਜੀ? ਬਸ ਹੁੰਦੀ ਹੈਗੀ ਹੈ ਕਿ ਜਿਹੜੇ ਡਾਟਾ ਲੈ ਕੇ ਜਾਵੇ, ਜਿਹੜੀ ਐਡਰੈਸ ਲੈ ਕੇ ਜਾਵੇ, ਤਾਰਾਂ ਪੰਜਾਬੀ ਭਾਸ਼ਾ 'ਚ ਆਪਾਂ ਕਹੀਏ ਕੰਪਿਊਟਰ ਦੇ ਵਿੱਚ ਜਿਹੜੀਆਂ ਤਾਰਾਂ ਲੱਗੀਆਂ ਹੁੰਦੀਆਂ ਉਹਨੂੰ ਬਸਿਸ ਕਿਹਾ ਜਾਂਦਾ ਹੈਗਾ। ਆਪਣੇ ਕੋਲ ਡਾਟਾ ਕੰਟਰੋਲ ਸਿਗਨਲਸ ਵਾਸਤੇ ਬਸਿਸ ਹੁੰਦੀਆਂ ਨੇ, ਐਡਰੈਸ ਵਾਸਤੇ ਬਸਿਸ ਹੁੰਦੀਆਂ ਨੇ। ਤਿੰਨ ਤਰ੍ਹਾਂ ਦੀਆਂ ਬਸਿਸ ਹੁੰਦੀਆਂ ਨੇ, ਐਡਰੈਸ, ਡਾਟਾ ਐਂਡ ਕੰਟਰੋਲ ਬਸ। कंट्रोल बस कंट्रोल सिग्नल्स लेके जाती है, डाटा बस डाटा लेके जाती है, एड्रेस बस एड्रेस लेके जाती है। किसी भी डिवाइस का एड्रेस हो सकता है, इनपुट डिवाइस का या आउटपुट डिवाइस का एड्रेस हो सकता है। ये कुछ ने जी अपने रजिस्टर्स। अगर तुसी पिछली स्लाइड ध्यान नाल देखी होगी आर्कीटैक्चर वाली, सो ਉਹਦੇ ਵਿੱਚ ਇੱਕ वर्ड लिखा हुआ ਸੀਗਾ रजिस्टर्स। CPU ਦੇ ਅੰਦਰ ਜਿਹੜੇ ਰਜਿਸਟਰਸ ਲੱਗੇ ਹੁੰਦੇ ਨੇ। ਸੋ ਰਜਿਸਟਰਸ ਇੱਕ ਬਹੁਤ ਹੀ ਛੋਟੇ ਮੈਮਰੀ ਡਿਵਾਈਸ ਹੁੰਦੇ ਨੇ, ਸ਼ਾਰਟ 'ਚ ਦੱਸ ਰਿਹਾ। ਤੇ ਉਹ ਡਿਵਾਈਸ ਬਹੁਤ ਫਾਸਟ ਹੁੰਦੇ ਨੇ, ਉਹਨਾਂ ਵਿੱਚੋਂ ਡਾਟਾ ਬਹੁਤ ਫਾਸਟਲੀ ਐਕਸੈਸ ਕੀਤਾ ਜਾ ਸਕਦਾ ਹੈ, ਪਲੱਸ ਉਹ ਬਹੁਤ ਜ਼ਿਆਦਾ ਛੋਟੇ ਹੁੰਦੇ ਨੇ। ਛੋਟੇ ਇਨ ਦਾ ਸੈਂਸ ਕਿ ਉਹਨਾਂ ਦੀ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ, ਕੇਬੀਜ਼ ਦੇ ਵਿੱਚ ਹੁੰਦੀ ਹੈ। ਕੇਬੀ ਆਪਾਂ ਨੈਕਸਟ ਕਲਾਸ ਦੇ ਵਿੱਚ ਮੈਮਰੀਜ਼ ਦੇ ਬਾਰੇ ਪੜਾਂਗੇ, ਬਹੁਤ ਇੰਪੋਰਟੈਂਟ ਲੈਕਚਰ ਹੈਗਾ ਮੈਮਰੀਜ਼ ਦਾ, ਜ਼ਰੂਰ ਉਹਨੂੰ ਕੰਪਲੀਟਲੀ ਦੇਖਿਓ। तो ਮੈਮਰੀਜ਼ ਦੇ ਵਿੱਚ ਆਪਾਂ ਕੀ ਦੇਖਣਾ ਹੈਗਾ ਕਿ ਮੈਮਰੀ ਯੂਨਿਟ ਕੀ ਹੁੰਦੀ ਹੈ, ਮੈਮਰੀਜ਼ ਕਿਵੇਂ ਮੈਜਰ ਕੀਤੀਆਂ ਜਾਂਦੀਆਂ ਨੇ। ਸੋ ਉਹਦੇ ਵਿੱਚ ਤੁਹਾਨੂੰ KB, MB, GB ਦਾ ਡਿਫਰੈਂਸ ਪਤਾ ਲੱਗ ਜਾਏਗਾ। ਸੋ ਫਿਲਹਾਲ ਇਹ ਕੁਝ ਰਜਿਸਟਰਸ ਨੇ। ਕਿਸੇ ਐਗਜ਼ਾਮ ਦੇ ਵਿੱਚ ਜਿਹਦੇ ਵਿੱਚ ਥੋੜਾ ਜਿਹਾ ਹਾਈ ਲੈਵਲ ਦਾ ਕੰਪਿਊਟਰ ਆਂਦਾ ਹੈਗਾ, ਸੋ ਉਹਦੇ ਵਿੱਚ CPU ਰਜਿਸਟਰ ਦੇ ਨਾਮ ਵੀ ਪੁੱਛ ਲੈਂਦੇ ਨੇ ਕਿ ਇਹ ਕਿਹੜਾ ਰਜਿਸਟਰ ਹੈਗਾ ਜਾਂ ਇਹ ਰਜਿਸਟਰ ਹੈਗਾ ਜਾਂ ਨਹੀਂ ਹੈਗਾ। ਤਾਂ ਇਹ ਕੁਝ ਇੰਪੋਰਟੈਂਟ CPU ਰਜਿਸਟਰਸ ਨੇ ਜਿਨ੍ਹਾਂ ਦੇ ਨਾਮ ਤੁਸੀਂ ਯਾਦ ਕਰ ਲਿਓ ਪੇਪਰ ਤੋਂ ਜਸਟ ਪਹਿਲਾਂ। ਇਹਨਾਂ ਦਾ ਫੰਕਸ਼ਨ ਕੀ ਹੈ ਜਾਂ ਇਹ ਕੀ ਕੰਮ ਕਰਦੇ ਇੰਨੀ ਡਿਟੇਲ 'ਚ ਆਪਾਂ ਨੂੰ ਜਾਣ ਦੀ ਲੋੜ ਨਹੀਂ, ਬਿਕੋਜ਼ ਦਿਸ ਇਜ਼ ਬੇਸਿਕਸ ਆਫ ਕੰਪਿਊਟਰ। then cache memory, very important memory। small memory ਹੁੰਦੀ ਹੈ, temporary memory ਹੁੰਦੀ ਹੈ, ਬਹੁਤ fast memory ਹੁੰਦੀ ਹੈ। same ਉਹੀ slide ਦੇ ਵਿੱਚ ਤੁਸੀਂ ਦੇਖਿਓ cache memory and registers ਆਪਾਂ ਉਹਦੇ ਵਿੱਚ ਲਿਖੇ ਹੋਏ ਸੀਗੇ। ਇਸ ਮੈਮਰੀ ਦਾ ਕੰਮ ਕੀ ਹੁੰਦਾ ਹੈਗਾ? ਟੈਂਪਰੇਰੀ ਕੁਝ ਸਟੋਰ ਕਰਨ ਦੇ ਲਈ। ਪ੍ਰੋਸੈਸਰ ਜਦੋਂ ਪ੍ਰੋਸੈਸਿੰਗ ਕਰ ਰਿਹਾ ਹੁੰਦਾ ਉਹ ਟੈਂਪਰੇਰੀ ਕੁਝ ਸਟੋਰ ਕਰ ਲੈਂਦਾ ਹੈ ਤਾਂ ਕਿ ਮੈਂ ਟਾਈਮ ਬਚਾ ਸਕਾਂ। ਜਦੋਂ ਤੁਸੀਂ ਦੁਬਾਰਾ ਉਹ ਚੀਜ਼ ਖੋਲੋ ਤਾਂ ਤੁਹਾਨੂੰ ਉਹ ਚੀਜ਼ ਜਲਦੀ ਮਿਲ ਜੇ। तो ਇਹਦੀ ਇੱਕ ਲਾਈਵ ਤੁਹਾਨੂੰ ਮੈਂ ਐਗਜ਼ਾਮਪਲ ਦਿਖਾਣਾ। ਜਿਵੇਂ ਮੈਂ ਇੱਥੇ ਕੰਮ ਕਰ ਰਿਹਾ ਹੈਗਾ ਬਟ ਮੈਂ ਇਹਨੂੰ ਸਪੋਜ਼ ਕਿ ਬੰਦ ਕਰਤਾ, ਮੈਂ ਕਿਤੇ ਹੋਰ ਚਲਾ ਗਿਆ, ਠੀਕ ਹੈ, ਮੈਂ ਕਿਤੇ ਹੋਰ ਜਾ ਕੇ ਜਦੋਂ ਮੈਂ ਦੁਬਾਰਾ ਉੱਥੇ ਆਨਾ ਹੈਗਾ अपनी स्लाइड खोलना हैगा, सो वो एग्जैक्टली उसी स्लाइड ते आया जिस स्लाइड दे उत्ते मैं सीगा। ਇਹਨੂੰ ਕਿੱਥੋਂ ਪਤਾ ਲੱਗਿਆ? ਇਹਨੇ ਟੈਂਪਰੇਰੀ ਐਡਰੈਸਸ ਦੇ ਵਿੱਚ ਸਟੋਰ ਕਰਕੇ ਰੱਖਿਆ ਹੋਇਆ ਸੀ। ਲਾਸਟ ਇਨਸਟਰਕਸ਼ਨ ਮੈਂ ਕਿੱਥੇ ਸੀ ਬਟ ਮੈਂ ਇੱਥੇ ਕੁਝ ਲਿਖਿਆ ਸੀਗਾ, ਉਹ ਡਿਲੀਟ ਹੋ ਗਿਆ, ਨਹੀਂ ਡਿਲੀਟ ਹੋਇਆ, ਉਹ ਵੀ ਇਹਨੇ ਜਿਹੜਾ ਹੈਗਾ ਆਪਣਾ ਸਟੋਰ ਕਰਕੇ ਰੱਖਿਆ ਹੋਇਆ ਹੈਗਾ, ਉਹ ਸਾਰਾ ਐਜ਼ ਇਟ ਇਜ਼ ਤੁਹਾਡਾ ਵਾਪਸ ਆ ਗਿਆ। ਇਹ ਜੋ ਕੰਮ ਹੈਗਾ ਇਹ ਕੈਸ਼ ਮੈਮਰੀ ਦੇ ਥਰੂ ਪ੍ਰੋਸੈਸਰ ਕਰਦਾ ਹੈਗਾ। ਪ੍ਰੋਸੈਸਰ ਜਿਹੜਾ ਹੈਗਾ ਟੈਂਪਰੇਰੀ ਸਟੋਰੇਜ ਕਰ ਲੈਂਦਾ ਹੈ, ਬਟ ਫਿਰ ਉਹੀ ਗੱਲ ਡਿਟੇਲ ਦੇ ਵਿੱਚ ਜਦੋਂ ਇਹ ਸਾਰੀ ਮੈਮਰੀਜ਼ ਡਿਟੇਲ ਦੇ ਵਿੱਚ ਆਪਣੇ ਮੈਮਰੀਜ਼ ਵਾਲੇ ਟੌਪਿਕ ਦੇ ਵਿੱਚ ਆਉਣਗੀਆਂ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਟੈਂਪਰੇਰੀ ਪਰਮਾਨੈਂਟ ਕੀ ਹੁੰਦੀ ਹੈ। ਫਿਲਹਾਲ ਯਾਦ ਕਰਨ ਦੇ ਲਈ ਇਟ ਇਜ਼ ਦ ਸਮਾਲ ਫਾਸਟ ਐਂਡ ਟੈਂਪਰੇਰੀ ਮੈਮਰੀ।
ਉਹਦਾ ਫੰਕਸ਼ਨਿੰਗ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਤੀ ਕਿ ਕਿਵੇਂ ਉਹ ਕੰਮ ਕਰਦੀ ਹੈਗੀ ਹੈ। ਬਾਕੀ ਕੁਝ ਵੈਬਸਾਈਟਸ ਜਿਹੜੀਆਂ ਨੇ ਉਹ ਕੈਸ਼ ਮੈਮਰੀ ਯੂਜ਼ ਕਰਦੀਆਂ ਨੇ ਤਾਂ ਕਿ ਟੈਂਪਰੇਰੀ ਡਾਟਾ ਸਟੋਰ ਕਰ ਲੈਣ ਤੇ ਉਹਨੂੰ ਜਿਵੇਂ ਯੂਜ਼ ਕਰਨਾ ਹੋਏ ਉਵੇਂ ਯੂਜ਼ ਕਰ ਸਕਣ। ਹੁੰਦੀ ਕਿਸ ਲਈ ਹੈਗੀ ਹੈ? ਯੂਜ਼ਰ ਐਕਸਪੀਰੀਅੰਸ ਨੂੰ ਵਧਾਉਣ ਦੇ ਲਈ। ਯੂਜ਼ਰ ਜਿਹੜੇ ਹੈਗੇ ਆ ਉਹ ਹੁਣ ਅਗਰ ਮੈਨੂੰ ਦੁਬਾਰਾ ਤੋਂ ਸਲਾਈਡ ਸਟਾਰਟ ਕਰਨੀਆਂ ਪੈਂਦੀਆਂ ਤਾਂ ਮੈਨੂੰ ਕਿੰਨਾ ਔਖਾ ਹੁੰਦਾ, ਮੈਨੂੰ ਲੱਗਦਾ ਯਾਰ ਫਾਇਦਾ ਕੀ ਹੈ ਇਹਦਾ ਸਮਾਰਟ ਡਿਵਾਈਸ ਦਾ ਜੇ ਇੰਨਾ ਨਹੀਂ ਕੰਮ ਇਹ ਕਰ ਸਕਦੇ। ਸੋ ਇਹ ਖੁਦ ਮੈਨੇਜ ਹੁੰਦਾ ਹੈਗਾ। CPU, ਬਾਰ-ਬਾਰ CPU ਦੀ ਗੱਲ ਹੋ ਰਹੀ ਹੈਗੀ ਹੈ। ਇੱਕ ਵਾਰ ਆਪਾਂ ਜਸਟ CPU ਦੀ ਥੋੜੀ ਜਿਹੀ ਸ਼ਕਲ ਦੇਖ ਲਈਏ ਕਿ ਕਿਵੇਂ ਦੀ ਹੁੰਦਾ ਹੈ ਕਿ CPU ਦੇਖੋ ਇੰਨਾ ਛੋਟਾ ਜਿਹਾ ਡਿਵਾਈਸ ਹੁੰਦਾ ਹੈਗਾ, ਇਹ ਬਿਲਕੁਲ ਇੰਨੀ ਕੀ ਚਿਪ ਹੁੰਦੀ ਹੈਗੀ ਹੈ ਤੇ ਮਦਰਬੋਰਡ ਦੇ ਉੱਪਰ ਲੱਗ ਜਾਂਦੀ ਹੈ। ਹੁਣ ਮਦਰਬੋਰਡ ਕੀ ਹੁੰਦਾ ਹੈ, ਇਹਦੇ ਉੱਤੇ ਵੀ ਕਈ ਵਾਰ ਕੁਐਸਚਨ ਆ ਜਾਂਦਾ ਹੈ। ਮਦਰਬੋਰਡ ਦੇਖੋ, ਜਿਹੜਾ ਤੁਹਾਨੂੰ ਇਹ ਡਿਵਾਈਸ ਦਿਖ ਰਿਹਾ ਹੈਗਾ ਇਹ ਮਦਰਬੋਰਡ ਹੈ। ਆਪਣੇ ਸਿਸਟਮ ਦੇ ਵਿੱਚ ਜੋ ਵੀ ਕੰਪੋਨੈਂਟ ਲੱਗੇਗਾ, ਚਾਹੇ ਉਹ ਹਾਰਡ ਡਿਸਕ ਹੈਗੀ ਹੈ, ਚਾਹੇ ਉਹ ਪ੍ਰੋਸੈਸਰ ਹੈਗਾ, ਚਾਹੇ ਉਹ ਰੈਮ ਹੈਗੀ ਹੈ, ਉਹ ਮਦਰਬੋਰਡ ਦੇ ਉੱਤੇ ਲੱਗੇਗਾ। ਮਦਰਬੋਰਡ ਦੇ ਉੱਪਰ ਸਾਰੀ ਚੀਜ਼ਾਂ ਦੇ ਕਨੈਕਸ਼ਨ ਹੁੰਦੇ ਨੇ, ਸਾਰੀ ਚੀਜ਼ਾਂ ਨੂੰ ਆਪਸ ਦੇ ਵਿੱਚ ਮਦਰਬੋਰਡ ਨੇ ਜੋੜ ਕੇ ਰੱਖਿਆ ਹੁੰਦਾ ਹੈਗਾ। ਸੋ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਮਦਰਬੋਰਡ ਐਂਡ ਪ੍ਰੋਸੈਸਰ ਹੀ ਹੁੰਦੇ ਨੇ। ਅਗਰ ਇਹ ਤੁਹਾਡੇ ਸਿਸਟਮ 'ਚ ਅੱਛੇ ਲੱਗੇ ਹੋਏ ਹੈ ਤਾਂ ਤੁਹਾਡਾ ਸਿਸਟਮ ਅੱਛਾ ਹੈਗਾ, ਅੱਛਾ ਕੰਮ ਕਰੇਗਾ। ਠੀਕ ਹੈ ਜੀ। ਸੋ ਇਹ ਆਪਣਾ ਛੋਟਾ ਜਿਹਾ ਟੌਪਿਕ ਸੀਗਾ ਕੰਪਿਊਟਰ ਆਰਕੀਟੈਕਚਰ ਦਾ। ਇਹਦੇ ਉੱਤੇ ਬੇਸਡ ਵੀ 1-2 ਕੁਐਸਚਨਸ ਆ ਜਾਂਦੇ ਨੇ। ਜਿੰਨੀਆਂ ਵੀ ਸਲਾਈਡਸ ਨੇ ਉਹਨਾਂ ਦੇ ਵਿੱਚ ਗੋ ਥਰੂ ਹੋਇਓ ਜ਼ਰੂਰ। ਠੀਕ, ਉਹਦੇ ਵਿੱਚ ਕੀ ਡਿਟੇਲਸ ਹੈਗੀਆਂ ਨੇ, ਕੀ ਲਿਖੀਆਂ ਹੋਈਆਂ ਨੇ, ਉਹ ਤੁਹਾਨੂੰ ਉਹਦੀਆਂ ਡਿਟੇਲਸ ਪਤਾ ਲੱਗ ਜਾਣਗੀਆਂ, ਯਾਦ ਕਰ ਲਓ। ਦੈਨ ਇਹਦੇ ਨਾਲ ਲਿੰਕਡ ਨੈਕਸਟ ਟੌਪਿਕ ਜਿਹੜਾ ਹੈਗਾ ਆਪਣਾ ਉਹ ਮੈਮਰੀਜ਼ ਦਾ ਹੈਗਾ, ਹਾਰਡਵੇਅਰ ਸੌਫਟਵੇਅਰ ਦਾ ਹੈਗਾ। ਉਹਦੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਇੱਕ ਦੂਸਰੇ ਟੌਪਿਕਸ ਦੇ ਨਾਲ ਲਿੰਕਿੰਗ ਬਣ ਜਾਏ। ਥੈਂਕ ਯੂ।